पंजाब दे विच एक दूसरी महामारी वर्गी गल होई कि शाम नूं अचानक ही पता नहीं किधरों बदल चढ़ के आया ते तकरीबन ਉਹ ਹੁਣ शाम ਦੇ 7:30 ਵਜੇ बुरी तरह बठिंडे ਦੇ ਨੇੜੇ ਤੇੜੇ ਗਰਜ ਰਿਹਾ ਸੀ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਉਸ ਤੋਂ ਪਹਿਲਾਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਉਸ ਮੀਂਹ ਨੇ, ਝੱਖੜ ਨੇ, ਗੜਿਆਂ ਨੇ ਤਰਥੱਲੀ ਮਚਾ ਦਿੱਤੀ ਸੀ। ਸੋ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ। ਕੱਲ੍ਹ ਨਾਲੋਂ ਅੱਜ ਮੌਤਾਂ ਬਹੁਤ ਵੱਧ ਚੁੱਕੀਆਂ ਹਨ। ਕੋਈ 24,22,500 ਦੇ ਨੇੜੇ ਤੇੜੇ ਲੋਕ ਪੀੜਤ ਨੇ ਤੇ 1,66,230 ਲੋਕ ਨੇ ਜਿਹੜੇ ਉਹ ਮਰ ਚੁੱਕੇ ਨੇ। ਔਰ ਮੈਂ ਜਿਵੇਂ ਕੱਲ੍ਹ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਮੌਤਾਂ ਦੀ ਗਿਣਤੀ 40,000 ਟੱਪ ਚੁੱਕੀ ਹੈ, 40,690 ਹੈ ਅਤੇ ਬਾਕੀ ਦੇਸ਼ਾਂ ਦੇ ਵਿੱਚ ਵੀ ਉਵੇਂ ਵੱਧਦੀ ਜਾ ਰਹੀ ਹੈ। ਭਾਰਤ ਦੇ ਵਿੱਚ ਇਸ ਵੇਲੇ 560 ਲੋਕ ਦਮ ਤੋੜ ਚੁੱਕੇ ਹਨ ਅਤੇ 17,615 ਦੇ ਕਰੀਬ ਲੋਕ ਨੇ ਜਿਹੜੇ ਕਰੋਨਾ ਬਿਮਾਰੀ ਨਾਲ ਗ੍ਰਸਤ ਨੇ। ਪਰ ਅੱਜ ਮੈਂ ਤੁਹਾਡੇ ਨਾਲ ਸਿਰਫ ਇਹ ਗੱਲ ਕਰਨੀ ਚਾਹੁੰਦਾ ਕਿ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਅੱਜ ਜਦੋਂ ਹੀ ਇਹ ਮੀਂਹ ਪੈਣਾ ਸ਼ੁਰੂ ਹੋਇਆ, ਉੱਧਰ ਇੱਕ ਪਾਸੇ ਮੈਂ ਜਿਵੇਂ ਕੱਲ੍ਹ ਦੱਸਿਆ ਸੀ ਕਿ ਇੱਕ ਅਸੀਂ ਮੰਗ ਪੱਤਰ ਬਣਾ ਕੇ ਭੇਜਣਾ ਸੀ ਮੁੱਖ ਮੰਤਰੀ ਪੰਜਾਬ ਨੂੰ, ਉਹਦੀ ਤਿਆਰੀ ਚੱਲ ਰਹੀ ਸੀ, ਸੁਝਾਅ ਲਏ ਜਾ ਰਹੇ ਸੀ। ਅਤੇ ਦੂਜੇ ਪਾਸੇ ਇਹ ਗੜੇ, ਝੱਖੜ ਅਤੇ ਮੀਂਹ ਬੁਰੀ ਤਰ੍ਹਾਂ ਪੈ ਗਿਆ। ਮੰਡੀਆਂ ਦੇ ਵਾਸਤੇ ਅਸੀਂ ਚੀਫ ਮਿਨਿਸਟਰ ਨੂੰ ਲਿਖਣਾ ਚਾਹੁੰਦੇ ਸੀ ਕਿ ਮੰਡੀਆਂ ਦੇ ਵਿੱਚ ਕਣਕ ਦੀ ਜਿਹੜੀ ਲਹਾਈ ਹੈ, ਕਣਕ ਦੀ ਜਿਹੜੀ ਤੁਲਾਈ ਹੈ, ਕਣਕ ਦੀ ਜਿਹੜੀ ਵੇਚ ਵੱਟ ਹੈ, ਉਸ ਦੀ ਪ੍ਰਕਿਰਿਆ ਨੂੰ ਸਹਿਜ ਕੀਤਾ ਜਾਵੇ, ਸਾਦਾ ਕੀਤਾ ਜਾਵੇ। ਉਹ ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਦਾ ਕਿ ਅਚਾਨਕ ਸਾਰੇ ਪਾਸਿਓਂ ਐਂ ਲੱਗਿਆ ਵੀ ਕਾਲੀਆਂ ਘਟਾ ਚੜ੍ਹ ਕੇ ਆ ਗਈਆਂ ਅਤੇ ਕਿਸਾਨਾਂ ਦੇ ਵਾਸਤੇ ਕਣਕ ਨਾਲੋਂ ਵੀ ਜ਼ਿਆਦਾ ਇਹ ਗੱਲ ਹੋ ਗਈ ਕਿ ਆਪਣੇ ਚਾਰੇ, ਹੋਰ ਫਸਲਾਂ, ਖੜੀ ਕਣਕ ਨੂੰ ਉਹ ਕਿਤੇ ਗੜੇ ਪੈ ਰਹੇ ਨੇ, ਕਿਤੇ ਝੱਖੜ ਆ ਰਿਹਾ, ਕਿਤੇ ਕਣਕ ਡਿੱਗ ਗਈ, ਕਿਤੇ ਸੂਰਜਮੁਖੀ ਉੱਜੜ ਗਿਆ, ਕਿਤੇ ਚਾਰਾ ਉੱਜੜ ਗਿਆ, ਕਿਤੇ ਕਣਕ ਮਤਲਬ ਹਰ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋਇਆ। ਮੰਡੀਆਂ ਦੇ ਵਿੱਚ ਪੂਰਾ ਇੰਤਜ਼ਾਮ ਨਾ ਹੋਣ ਕਰਕੇ ਮੰਡੀਆਂ ਦੇ ਵਿੱਚ ਦੇਖਿਆ ਕਿ ਗੜਿਆਂ ਦੇ ਢੇਰ ਲੱਗੇ ਹੋਏ ਨੇ, ਖਾਸ ਕਰਕੇ ਨਿਹਾਲੇ ਵਾਲਾ ਏਰੀਏ ਦੇ ਵਿੱਚ। ਦਵਾਨਾ ਪਿੰਡ ਹੈ ਬਰਨਾਲੇ ਦਾ, ਉੱਥੇ ਜਿਵੇਂ ਝੜੀ ਲੱਗੀ ਗੜਿਆਂ ਦੀ, ਉਹ ਇੱਕ ਬਹੁਤ ਦੁਖਦਾਈ ਸੀਨ ਸੀ। ਸੋ ਇਹਦੇ ਵਿੱਚੋਂ ਨਿਕਲਿਆ ਇਹ ਕਿ ਅਸੀਂ ਸਲਾਹ ਕੀਤੀ ਕਿ ਜਿਹੜੀ ਇਹ ਮੰਗ ਹੈ ਹੁਣ ਕਿ ਕਿਸਾਨਾਂ ਦਾ ਫੌਰੀ ਜੋ ਵੀ ਨੁਕਸਾਨ ਹੋਇਆ ਉਹਦੀ ਫੌਰੀ ਗਿਰਦਾਵਰੀ ਕਰਕੇ ਪੂਰੇ ਨੁਕਸਾਨ ਦਾ ਪੂਰਾ ਮੁਆਵਜ਼ਾ ਪ੍ਰਤੀ ਇੱਕ ਖੇਤ ਨੂੰ ਇਕਾਈ ਮੰਨ ਕੇ ਉਹ ਦਿੱਤਾ ਜਾਵੇ। ਇੱਕ ਦੂਸਰਾ, ਇੱਕ ਗੱਲ ਹੋਰ ਵੀ ਸਾਨੂੰ ਲੱਗੀ ਕਿ ਕਣਕ ਦੇ ਵਿੱਚ ਵੀ ਜਦੋਂ ਹਰੀ ਕਣਕ ਖੜੀ ਸੀ ਉਦੋਂ ਵੀ ਬਹੁਤ ਵਾਰੀ ਮੌਸਮ ਖਰਾਬ ਹੋਇਆ। ਹੁਣ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਕਣਕ ਨੂੰ ਵੱਢਣ, ਇਕੱਠੀ ਕਰਨ, ਟਰਾਲੀਆਂ ਭਰਨ, ਟਰਾਲੀਆਂ ਲਾਉਣ, ਕਿਤੇ ਪਾਸ ਮਿਲੂਗਾ ਜਾਂ ਨਹੀਂ ਮਿਲੂਗਾ, ਇਹਦੇ ਵਿੱਚ ਵੀ ਖੱਜਲ ਖੁਆਰੀ ਦੇ ਨਾਲ ਕਿਸਾਨ ਦਾ ਨੁਕਸਾਨ ਬਹੁਤ ਹੋ ਰਿਹਾ, ਯਾਨੀ ਖਰਚਾ ਵੱਧ ਹੋ ਰਿਹਾ। ਤਾਂ ਇਹ ਦੋ ਮੁੱਦੇ ਨੇ ਜਿਹੜੇ, ਇੱਕ ਤਾਂ ਜੋ ਕੁਦਰਤੀ ਆਫਤ ਦੇ ਨਾਲ ਆਇਆ, ਦੂਸਰਾ ਜੋ ਲਗਾਤਾਰ ਕੁਦਰਤੀ ਆਫਤ ਪਿੱਛੇ ਤੋਂ ਵੀ ਚੱਲੀ ਆ ਰਹੀ ਸੀ ਅਤੇ ਨਾਲ ਕਰੋਨਾ ਮਹਾਮਾਰੀ ਨਾਲ ਜੁੜ ਕੇ, ਕਣਕ ਦੇ ਨਾਲ ਜੁੜ ਕੇ ਜਿਹੜਾ ਇਹ ਸਮੱਸਿਆ ਸ਼ੁਰੂ ਹੋਈ, ਖੜੀ ਹੋਈ। ਤਾਂ ਅਸੀਂ ਇਹ ਤੈਅ ਕੀਤਾ ਕਿ ਜਿਹੜੀ ਪਹਿਲੀ ਮੰਗ ਹੈ, ਜਿਹੜਾ ਅਸੀਂ ਮੰਗ ਪੱਤਰ ਬਣਾ ਰਹੇ ਸੀ, ਜਿਹੜੀ ਅਸੀਂ ਚਿੱਠੀ ਸੋਚਿਆ ਸੀ 10 ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਚੀਫ ਮਿਨਿਸਟਰ ਨੂੰ ਭੇਜੀ ਜਾਵੇ, ਤਾਂ ਪੰਜਾਬ ਸਰਕਾਰ ਨੂੰ ਭੇਜੀ ਜਾਵੇ। ਉਹਦੇ ਵਿੱਚ ਫਿਰ ਸਾਨੂੰ ਅੱਜ ਦੀਆਂ ਹਾਲਤਾਂ ਦੇ ਮੁਤਾਬਕ ਪਹਿਲੇ ਨੰਬਰ 'ਤੇ ਇਹੀ ਰੱਖਣਾ ਪਿਆ ਕਿ ਅੱਜ 20 ਅਪ੍ਰੈਲ ਨੂੰ ਜੋ ਵੀ
ਮੀਂਹ ਦੇ ਨਾਲ ਨੁਕਸਾਨ ਹੋਇਆ ਉਹਦਾ ਫੌਰੀ ਗਿਰਦਾਵਰੀ ਕਰਕੇ ਪੂਰਾ ਮੁਆਵਜ਼ਾ ਇੱਕ ਖੇਤ ਨੂੰ ਇਕਾਈ ਮੰਨ ਕੇ ਦਿੱਤਾ ਜਾਵੇ। ਦੂਸਰਾ, ਇਹਦੇ ਨਾਲ ਹੀ ਅਸੀਂ ਇਹ ਸੋਚਿਆ ਕਿ ਜਿਹੜੇ ਕਿਸਾਨਾਂ ਦਾ ਜਿੰਨਾ ਨੁਕਸਾਨ ਹੋ ਰਿਹਾ ਹੈ, ਮਤਲਬ ਕਿ ਜਿਵੇਂ ਮੈਂ ਪਹਿਲਾਂ ਕਿਹਾ, ਢੋਆ ਢੁਆਈ, ਮੰਡੀਕਰਨ, ਇਕੱਠੀ ਲਾਉਣੀ, ਫਿਰ ਪਾਉਣੀ, ਅਤੇ ਨਾਲ ਜਿਹੜਾ ਆਪਣਾ ਕਹਿ ਲਓ ਕਿਸਾਨਾਂ ਨੇ ਜੋ ਪਿਛਲੇ ਸਮੇਂ 'ਚ ਜਿਵੇਂ ਮੌਸਮ ਖਰਾਬ ਹੋ ਗਿਆ, ਦਾਣਾ ਮਾਝੂ ਹੋ ਗਿਆ, ਭਾਰ ਘਟ ਗਿਆ, ਕਣਕਾਂ ਡਿੱਗ ਗਈਆਂ, ਪੂਰਾ ਦਾਣਾ ਨਹੀਂ ਪਿਆ, ਇਹਦੇ ਨਾਲ ਜਿਹੜਾ ਨੁਕਸਾਨ ਹੋਇਆ ਤਾਂ ਉਹਦੇ ਵਿੱਚੋਂ ਫਿਰ ਇਹ ਸੋਚਿਆ ਅਸੀਂ ਕਿ 200 ਰੁਪਏ ਪ੍ਰਤੀ ਕੁਇੰਟਲ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ। ਤਾਂ ਇਹ ਦੋ ਮੰਗਾਂ ਯਾਨੀ ਇਸ ਮੰਗ ਪੱਤਰ ਦੇ ਵਿੱਚ ਪਹਿਲੇ ਨੰਬਰ 'ਤੇ ਲਿਆਉਣੀਆਂ ਪੈ ਗਈਆਂ। ਉਹ ਮੰਗ ਪੱਤਰ ਸੁਝਾਵਾਂ ਸਹਿਤ ਇਹ ਮੰਗ ਪੱਤਰ ਤਿਆਰ ਕੀਤਾ ਗਿਆ, ਜਿਹਦੇ ਵਿੱਚ ਕੋਈ ਇਹ ਕਹਿ ਲਓ ਕਿ ਕੁੱਲ 12 ਮੰਗਾਂ ਨੇ। ਕੁੱਲ 12 ਮੰਗਾਂ ਦੇ ਵਿੱਚੋਂ ਪਹਿਲੀਆਂ 2 ਮੰਗਾਂ ਇਹ ਹੋ ਗਈਆਂ। ਤੀਸਰੀ ਮੰਗ ਜਿਹੜੀ ਰੱਖੀ ਗਈ ਆ ਉਹ ਹੈ ਕਿ ਕਣਕ ਨੂੰ ਮੰਡੀ ਵਿੱਚ ਇੱਕ ਇੱਕ ਬੋਰੀ ਕਰਕੇ ਨਾ ਤੋਲਿਆ ਜਾਵੇ, ਧਰਮ ਕੰਡੇ 'ਤੇ ਕਣਕ ਜਾਵੇ, ਟਰਾਲੀ ਤੁਲ ਜੇ, ਟਰਾਲੀ 'ਤੇ ਟਰੈਕਟਰ ਦਾ ਭਾਰ ਤੁਲ ਜੇ, ਜਿੰਨੀ ਕਣਕ ਦਾ ਭਾਰ ਹੋਵੇ ਉਹ ਕਣਕ ਦਾ ਭਾਰ, ਕਣਕ ਨੂੰ ਉਸ ਨੂੰ ਪਰਚੀ ਮਿਲ ਜੇ ਕਿਸਾਨ ਨੂੰ, ਅਤੇ ਜੋ ਵੀ ਉਹਦੇ ਵਿੱਚੋਂ ਵੇਸਟ ਜਾਂ ਫੂਸ ਨਿਕਲਦਾ ਉਸ ਬੋਝ ਨੂੰ ਘਟਾ ਕੇ ਕਣਕ ਦੀ ਅਸਲੀ ਜਿਹੜੀ ਬੋਝ ਹੈ, ਉਹ ਅਸਲੀ ਜਿਹੜੀ ਭਾਰ ਹੈ ਕਣਕ ਦਾ, ਜਿਹੜਾ ਅਸਲੀ, ਉਹ ਜੇ 60 ਕੁਇੰਟਲ ਦੀ ਟਰਾਲੀ ਦੇ ਵਿੱਚੋਂ ਅਗਰ 20 ਕਿਲੋ ਫੂਸ ਨਿਕਲਿਆ ਤਾਂ 59 ਕੁਇੰਟਲ 80 ਕਿਲੋ ਹੋ ਗਿਆ। ਮਤਲਬ ਕਿ ਇਸ ਤਰੀਕੇ ਨਾਲ ਇਹਦੀ ਕੈਲਕੂਲੇਸ਼ਨ ਕਰ ਲਈ ਜਾਵੇ। ਇਸ ਤੋਂ ਤੀਸਰਾ ਸੀ ਕਿ ਮੰਡੀਆਂ ਦੀ ਗਿਣਤੀ ਫੌਰੀ ਵਧਾਈ ਜਾਵੇ। ਇਹ ਅਸੀਂ ਮੰਗ ਕੀਤੀ ਸੀ ਕਿ ਮੰਡੀਆਂ ਦੀ ਗਿਣਤੀ ਫੌਰੀ ਵਧਾਈ ਜਾਵੇ, ਨਾਲ ਪਿੰਡਾਂ ਦੇ ਸਕੂਲ, ਕਾਲਜ, ਧਾਰਮਿਕ ਸਥਾਨ, ਖੇਡਾਂ ਦੇ ਗਰਾਊਂਡ, ਸਟੇਡੀਅਮ, ਮੈਰਿਜ ਪੈਲੇਸ, ਬਹੁਤ ਸਾਰੀਆਂ ਐਸੀਆਂ ਖੁੱਲ੍ਹੀਆਂ ਜਗ੍ਹਾਵਾਂ ਨੇ ਜਿੱਥੇ ਕਿਸਾਨਾਂ ਦੀ ਫਸਲ ਨੂੰ ਲਿਜਾ ਕੇ ਕਿਸਾਨ ਫੌਰੀ ਉੱਥੇ ਆਪਣੀ ਫਸਲ ਲਾ ਕੇ ਵਾਪਸ ਆ ਸਕਦਾ, ਅਤੇ ਉਹਨੂੰ ਜਿਹੜੀ ਸਰੀਰਕ ਦੂਰੀ ਰੱਖਣ ਦੀ ਵੀ ਐਡੀ ਕੋਈ ਮਤਲਬ ਕਿ ਸਮੱਸਿਆ ਨਹੀਂ ਆਊਗੀ ਕਰੋਨਾ ਕਰਕੇ। ਸੋ ਅਸੀਂ ਇਹ ਸੁਝਾਅ ਦਿੱਤਾ ਸੀ ਕਿ ਜਿਹੜੀਆਂ ਤੁਹਾਡੀਆਂ ਮੰਡੀਆਂ ਕੋਈ 1920 ਦੇ ਕਰੀਬ ਨੇ, ਇਹਨਾਂ ਨੂੰ ਵਧਾਓ, 1 ਜਾਂ 2 ਪਿੰਡਾਂ ਨੂੰ ਕੇਂਦਰ ਕਰਕੇ ਇੱਕ ਮੰਡੀ ਬਣਾਓ। ਅਤੇ ਉਹ ਹਾਲੇ ਤੱਕ ਸਰਕਾਰ ਦਾ ਇੱਕ ਦਿਨ ਖਬਰ ਆਈ ਵੀ ਸੀ, ਪਰ ਉਹਦੇ 'ਤੇ ਸ਼ਾਇਦ ਕੋਈ ਕੰਨ ਉਹਨਾਂ ਨੇ ਨਹੀਂ ਧਰਿਆ। ਅਤੇ ਉਹਦੇ ਤੋਂ ਬਾਅਦ ਅਸੀਂ ਚੌਥੇ ਮੰਡੀਆਂ ਦੀ ਗਿਣਤੀ ਵਧਾਉਣ ਤੋਂ ਬਾਅਦ ਪਾਸ ਜਿਹੜਾ ਦਿੱਤਾ ਜਾਂਦਾ, ਮਤਲਬ ਕਿ ਅਸੀਂ ਇਸ ਸਿੱਟੇ 'ਤੇ ਪਹੁੰਚੇ ਕਿ ਅਗਰ ਕਣਕ ਦੀ ਤੁਲਾਈ ਤੇਜ਼ੀ ਨਾਲ ਹੋ ਜਾਂਦੀ ਹੈ, ਭਾਵ ਧਰਮ ਕੰਡੇ 'ਤੇ ਹੋ ਜਾਂਦੀ ਹੈ, ਨੰਬਰ 1, ਮੰਡੀਆਂ ਦੀ ਗਿਣਤੀ ਵੱਧ ਜਾਂਦੀ ਹੈ, ਤਾਂ ਪਾਸ ਦੇਣ ਦੀ ਕੋਈ ਜ਼ਰੂਰਤ ਨਹੀਂ ਹੋਊਗੀ। ਇੱਕ ਦੂਜੀ ਗੱਲ, ਉਹ ਕਿਸਾਨ ਜੇ ਉਹਦੀਆਂ 3 ਟਰਾਲੀਆਂ ਨੇ, 4 ਟਰਾਲੀਆਂ ਨੇ, ਉਹ ਵੀ ਇਕੱਠੀਆਂ ਲੈ ਕੇ ਆ ਸਕਦਾ ਹੈ। ਜ਼ਰੂਰੀ ਨਹੀਂ ਇੱਕ ਟਰਾਲੀ ਲੈ ਕੇ ਆਵੇ, ਉਹ 'ਚ 60 ਕੁਇੰਟਲ 50 ਕੁਇੰਟਲ ਲੈ ਕੇ ਆਵੇ। ਜੇ ਇੱਕ ਕਿਸਾਨ ਦੀਆਂ ਮੰਨ ਲਓ 180 ਕੁਇੰਟਲ ਕਣਕ ਹੋਈ ਆ, ਉਹਨੂੰ 3 ਟਰਾਲੀਆਂ ਲਿਆਉਣੀਆਂ ਪੈਂਦੀਆਂ, ਤਾਂ ਇੱਕੋ ਦਿਨ ਉਹ ਲੈ ਕੇ ਆ ਸਕਦਾ, ਇੱਕੋ ਦਿਨ ਹੀ ਉਹ ਵਿਹਲਾ ਹੋ ਕੇ ਜਾ ਸਕਦਾ। ਮੰਡੀਆਂ ਦੀ ਗਿਣਤੀ ਵਧੇ ਅਤੇ ਨਾਲ ਕਿਸਾਨ ਜਿਹੜਾ ਉਹ ਫਟਾਫਟ ਧਰਮ ਕੰਡੇ 'ਤੇ ਤੁਲੇ। ਹੁਣ ਕਹੂਗਾ ਧਰਮ ਕੰਡੇ 'ਤੇ ਕਈ ਲੋਕ ਕਹਿੰਦੇ ਨੇ ਵੀ ਉੱਥੇ ਕਿਸਾਨਾਂ ਦੀ ਲੁੱਟ ਹੋਊਗੀ, ਲੁੱਟ ਨੂੰ ਰੋਕ ਲਓ। ਕਿਸਾਨਾਂ ਧਰਮ ਕੰਡੇ ਵੀ ਤਾਂ ਆਖਰਕਾਰ ਕਿਸੇ ਸਰਕਾਰੀ ਮਹਿਕਮੇ, ਜਿਹਨੂੰ ਨਾਪ ਤੋਲ ਮਹਿਕਮਾ ਕਹਿੰਦੇ ਨੇ, ਉਹਦੇ ਅਧੀਨ ਆਉਂਦੇ ਨੇ। ਉਹ ਨਾਪ ਤੋਲ ਮਹਿਕਮੇ ਦੇ ਇੰਸਪੈਕਟਰ ਜਾ ਕੇ ਰੋਜ਼ ਕੰਡੇ ਨੂੰ ਬਾਰ-ਬਾਰ ਚੈੱਕ ਕਰਨ। ਇੱਕ ਦੂਸਰਾ, ਉਸ ਕੰਡੇ ਦੇ ਉੱਤੇ ਸਰਕਾਰੀ ਏਜੰਸੀਆਂ ਦੇ ਬੰਦੇ ਆਪਣਾ ਪਹਿਰਾ ਦੇਣ। ਤੀਸਰਾ, ਕਿਸਾਨ ਵੀ ਖੁਦ ਆਪਣੇ ਆਪ 'ਚ ਮਤਲਬ ਕਿ ਐਂ ਕੋਈ ਮੂਰਖ ਬੰਦਾ ਥੋੜ੍ਹਾ ਕਿ ਉਹਨੂੰ ਪਤਾ ਲੱਗ ਜਾਂਦਾ ਕਿ ਇਸ ਟਰਾਲੀ 'ਚ ਮੇਰੀ ਇੰਨੀ ਕਣਕ ਸੀ। ਜੇ ਕੁਆਂਟਲਾਂ ਦੇ ਵਿੱਚ ਘਟਦੀ ਹੈ ਤਾਂ ਉਹਨੂੰ ਸ਼ੱਕ ਪੈਂਦਾ, ਦੂਜੇ ਕੰਡੇ 'ਤੇ ਜਾ ਕੇ ਤੁਲਵਾ ਲੂਗਾ ਫਿਰ। ਇਸ ਕਰਕੇ ਕਿਸਾਨ ਨਾਲ ਐਡੀ ਹੇਰਾਫੇਰੀ ਹੋਣੀ ਮੁਸ਼ਕਿਲ ਹੈ ਇਸ ਮਸਲੇ 'ਤੇ। ਪਰ ਇਹ ਕੁਛ ਲੋਕ ਮਤਲਬ ਕਿ ਨੂੰ ਵਹਿਮ ਹੈ ਵੀ ਇਹਦੇ ਨਾਲ ਕਿਸਾਨ ਦੀ ਸ਼ਾਇਦ ਕੋਈ ਜ਼ਿਆਦਾ ਲੁੱਟ ਹੋ ਗਈ। ਮੈਂ ਸਮਝਦਾ ਜਾਂ ਅਸੀਂ ਸਮਝਦੇ ਨਹੀਂ, ਐਵੇਂ ਨਹੀਂ ਹੋਣ ਲੱਗਿਆ। ਇਸ ਲਈ ਜਿਹੜਾ ਧਰਮੀ ਕੰਡੇ ਨੇ ਉਹਨਾਂ ਨੂੰ ਵਰਤਿਆ ਜਾਣਾ ਚਾਹੀਦਾ ਹੈ, ਮੰਡੀਆਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਟਰਾਲੀਆਂ ਇੱਕ ਦੀ ਜਗ੍ਹਾ ਜਿਹੜਾ ਹੋਇਆ ਕਿਸਾਨ ਆਪਣੀ ਪੂਰੀ ਫਸਲ ਵੇਚੇ ਅਤੇ ਨਾਲ ਉਹ ਵਿਹਲਾ ਹੋ ਕੇ ਜਾਵੇ ਵੀ। ਇਹਦੇ ਤੋਂ ਇਲਾਵਾ ਮੰਡੀ ਦੂਸਰਾ ਅਸੀਂ ਅਗਲਾ ਇਹ ਰੱਖਿਆ ਸੀ ਕਿ ਜਿਹੜੀ ਨਮੀ ਦੀ ਸ਼ਰਤ ਹੈ, ਜਿਵੇਂ ਅੱਜ ਵੀ ਮੈਨੂੰ ਪਤਾ ਲੱਗਿਆ ਕਿ ਫਿਰੋਜ਼ਪੁਰ ਦੇ ਵਿੱਚ ਮੱਲਾਂ ਵਾਲੇ ਅਤੇ ਇੱਕ ਹੋਰ ਪਿੰਡ ਦੇ ਅੰਦਰ ਟਰਾਲੀਆਂ ਨੂੰ ਬਾਹਰ ਹੀ ਮੰਡੀਆਂ ਦੇ ਰੋਕ ਲੈਂਦੇ ਨੇ, ਅਤੇ ਰੋਕ ਕੇ ਉੱਥੇ ਜੇ ਕਿਸੇ ਦੀ 12% ਤੋਂ ਵੱਧ ਨਮੀ ਹੈ ਤਾਂ ਉਹਨੂੰ ਵਾਪਸ ਭੇਜ ਦਿੰਦੇ ਨੇ। ਯਾਨੀ ਇਹ ਇੱਕ ਬਹੁਤ ਧੱਕੇਸ਼ਾਹੀ ਹੈ। ਮੌਸਮ ਜਿਸ ਕਿਸਮ ਦਾ ਹੈ,
ਇਹਦੇ ਵਿੱਚ ਨਮੀ ਦੀ ਰਿਲੈਕਸੇਸ਼ਨ ਦੇਣੀ ਚਾਹੀਦੀ ਹੈ। ਰਿਲੈਕਸੇਸ਼ਨ ਨਹੀਂ ਬਲਕਿ ਅਸੀਂ ਤਾਂ ਇਹ ਸਮਝਦੇ ਕਿ ਨਮੀ ਦੀ ਸ਼ਰਤ ਨੂੰ ਖਤਮ ਹੀ ਕਰਨਾ ਚਾਹੀਦਾ। ਇਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਮਸਲਾ। FCI ਨਾਲ ਪੰਜਾਬ ਸਰਕਾਰ ਦੇ ਅਧਿਕਾਰੀ ਨਜਿੱਠਣ, ਮੰਤਰੀ ਨਜਿੱਠਣ, ਅਮਰਿੰਦਰ ਸਿੰਘ ਹੋਣੀ ਜਾਂ ਉਹਨਾਂ ਦੇ ਮੰਤਰੀ ਜਾਣ, ਉਹ ਇਹਨੂੰ ਗੱਲ ਕਰਨ ਕਿ ਇਸ ਕਿਸਮ ਦੇ ਮੌਸਮ ਦੇ ਅੰਦਰ, ਇਸ ਕਿਸਮ ਦੀ ਹਾਲਤ ਦੇ ਅੰਦਰ ਅਗਰ ਤੁਸੀਂ ਟਰਾਲੀਆਂ ਵਾਪਸ ਭੇਜਾਂਗੇ ਅਸੀਂ ਤਾਂ ਸਾਡਾ ਬਣੂਗਾ ਕੀ ਇਸ ਗੱਲ 'ਤੇ, ਉਦੋਂ ਜਦੋਂ ਮਹਾਮਾਰੀ ਫੈਲੀ ਹੋਵੇ। ਸੋ ਅਸੀਂ ਇਹ ਮੰਗ ਅਗਲੀ ਇਹ ਰੱਖੀ ਸੀ ਕਿ ਇਹ ਕਣਕ ਦੀ ਜਿਹੜੀ ਨਮੀ ਦੀ ਮੰਡ ਹੈ, ਜਿਹੜੀ ਸ਼ਰਤ ਹੈ, ਇਸ ਨੂੰ ਖਤਮ ਕੀਤਾ ਜਾਵੇ। ਦੂਸਰਾ, ਮੰਡੀਆਂ ਦੇ ਵਿੱਚ ਨਾ ਕਿ ਪਰਸੋਂ ਮੈਨੂੰ ਪਟਿਆਲੇ ਮੰਡੀ ਤੋਂ ਫੋਨ ਆਇਆ ਕਿ ਹਾਲੇ ਤੱਕ ਜੀ ਇੰਸਪੈਕਟਰ ਹੀ ਨਹੀਂ ਬੋਲੀ ਲਾਉਣ ਆਇਆ। ਜਾਣੀ ਇਹ ਬੜੀ ਕਮਾਲ ਦੀ ਗੱਲ ਆ ਵੀ ਇੰਸਪੈਕਟਰ ਨੇ ਉਹੀ ਰੇਟ ਖਰੀਦਣੀ ਹੈ, ਉਹਨੂੰ ਬੋਲੀ ਲਾਉਣ ਦਾ ਕਿ ਉਹਨੇ ਅਸਲ 'ਚ ਨਮੀ ਦਾ ਝਗੜਾ ਪਾ ਕੇ ਕਿਸਾਨਾਂ ਤੋਂ, ਆੜ੍ਹਤੀਆਂ ਤੋਂ, ਹੋਰਾਂ ਤੋਂ ਇੱਕ ਮਤਲਬ ਕਿ ਇਹ ਜਿਹੜਾ ਸਿਸਟਮ ਹੈ ਨਾ ਭ੍ਰਿਸ਼ਟਾਚਾਰੀ ਦਾ, ਇਹ ਸਿਸਟਮ ਮੰਡੀ ਦੇ ਵਿੱਚ ਬਹੁਤ ਲੁਕਵੇਂ ਰੂਪ ਵਿੱਚ ਅਤੇ ਆਲਾ ਰੂਪ 'ਚ ਚੱਲਦਾ ਹੈ। ਸੋ ਕਿਸੇ ਚੀਜ਼ ਨੂੰ ਲੰਬਾ ਪਾ ਦਿਓ ਤਾਂ ਅਗਲਾ ਕਟਾ ਕੇ ਵੇਚਣ ਲਈ ਵੀ ਤਿਆਰ ਹੈ। ਕਿਸੇ ਚੀਜ਼ ਨੂੰ ਕਿਸਾਨ ਨੂੰ ਤੁਸੀਂ ਕਹਿ ਦਿਓ, ਉਹ ਮਤਲਬ ਕਿ ਕੁਛ ਵੀ ਮੰਨਣ ਲਈ ਵਿਚਾਰਾ ਤਿਆਰ ਹੋ ਜਾਂਦਾ। ਸੋ ਇਹ ਜਿਹੜਾ ਇੰਸਪੈਕਟਰ ਨੇ ਜਿਹੜੇ, ਉਹ ਜੇ ਇਸ ਕਿਸਮ ਨਾਲ ਸਵੇਰੇ ਉਹਨਾਂ ਦੀ ਡਿਊਟੀ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਟਰਾਲੀ ਆਵੇ ਉਹਨੂੰ ਨੋਟ ਕਰਨ, ਉਹ ਨੋਟ ਕਰਕੇ ਉਹਦਾ ਬੋਝ ਉਹ ਕੰਡੇ ਤੋਂ ਹੋ ਕੇ ਆਇਆ ਹੋਊਗਾ, ਉਹਨੂੰ ਬਸ ਝਾਰਾ ਲੱਗੇ ਅਤੇ ਫਟਾਫਟ ਉਹ ਪੈਕ ਮਤਲਬ ਕਿ ਪੈਕ ਹੋ ਕੇ 50-50 ਕਿਲੋ ਦੀ ਜਿੰਨੀ ਵੀ ਬੋਰੀ ਭਰਦੀ ਹੈ ਉਹ ਕੰਮ ਨਿਬੜਦਾ ਹੋਵੇ। ਇਸ ਤੋਂ ਅਗਲਾ, ਮੰਡੀਆਂ ਦੇ ਵਿੱਚ ਬਾਰਿਸ਼ ਜਾਂ ਹੋਰ ਸਮੱਸਿਆਵਾਂ ਕਰਕੇ, ਜਿਵੇਂ ਕਿ ਕਹਿ ਲਓ ਕਿ ਬਾਰਿਸ਼ ਨਾਲ ਨੁਕਸਾਨ ਹੋ ਗਿਆ, ਕਿਸੇ ਵੀ ਕਾਰਨ ਕਰਕੇ ਅਗਰ ਮੰਡੀ ਦੇ ਵਿੱਚ ਨੁਕਸਾਨ ਹੁੰਦਾ, ਇੱਕ ਵਾਰੀ ਲਾਉਣ ਤੋਂ ਬਾਅਦ ਟਰਾਲੀ ਦੇ ਉੱਤੋਂ ਜਿਹੜੀ ਉਹਦੀ ਮਾਲਕੀ ਜਾਂ ਜ਼ਿੰਮੇਵਾਰੀ ਹੁੰਦੀ ਹੈ ਉਹ ਸਰਕਾਰ ਦੀ ਜਾਂ ਉਸ ਆੜ੍ਹਤੀ ਦੀ ਹੁੰਦੀ ਹੈ। ਇਸ ਕਰਕੇ ਉਹ ਨੁਕਸਾਨ ਦੀ ਭਰਪਾਈ ਹੈ ਜਿਹੜੀ ਸਰਕਾਰ ਨੂੰ ਕਰਨੀ ਚਾਹੀਦੀ ਹੈ। ਅਗਲੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੈ ਉਹ ਹੈ, ਜਿਹੜੀ 9ਵੇਂ ਨੰਬਰ 'ਤੇ ਹੈ, ਉਹ ਇਹ ਹੈ ਕਿ ਅਸੀਂ ਇਹ ਮੰਗ ਕੀਤੀ ਹੈ ਕਿ ਸ਼ੈਲਰਾਂ ਨੂੰ ਮੰਡੀਆਂ ਡਿਕਲੇਅਰ ਕਰਨ ਦੀ ਜਿਹੜੀ ਗਲਤੀ ਕੀਤੀ ਹੈ ਸਰਕਾਰ ਨੇ, ਉਹਦੀ ਨਿੰਦਾ ਵੀ ਕਰਦੇ ਹਾਂ ਅਤੇ ਸ਼ੈਲਰਾਂ ਨੂੰ ਮੰਡੀਆਂ ਡਿਕਲੇਅਰ ਕਰਨ ਦਾ ਜੋ ਵੀ ਫੈਸਲਾ ਕੀਤਾ ਉਹ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਵੀ ਕਰਦੇ। ਕਿਉਂ? ਕਿਉਂਕਿ ਸ਼ਾਇਦ ਤੁਸੀਂ ਵੀ ਸਾਰੇ ਜਾਣਦੇ ਹੋਵੋ ਕਿ ਇਹ ਸ਼ੈਲਰ ਨੇ ਜਿਹੜੇ, ਸ਼ੈਲਰਾਂ ਦੇ ਮਾਲਕ ਅਤੇ ਆੜ੍ਹਤੀਏ, ਇਹ ਇੱਕੋ ਸਿੱਕੇ ਦੇ ਦੋ ਪਾਸੇ ਹੁੰਦੇ ਨੇ। ਜਾਂ ਤਾਂ ਆੜ੍ਹਤੀਏ ਦਾ ਸ਼ੈਲਰ ਹੁੰਦਾ, ਜਾਂ ਫਿਰ ਸ਼ੈਲਰ ਵਾਲੇ ਦਾ ਕੋਈ ਰਿਸ਼ਤੇਦਾਰ ਆੜ੍ਹਤੀਆ ਹੁੰਦਾ, ਜਾਂ ਆੜ੍ਹਤੀਏ ਦਾ ਕੋਈ ਰਿਸ਼ਤੇਦਾਰ ਸ਼ੈਲਰ, ਮਤਲਬ ਕਿ ਵਾਈਸ ਵਰਸਾ ਇਸ ਕਿਸਮ ਦੀ ਗੱਲ ਹੁੰਦੀ ਹੈ। ਹੁੰਦਾ ਕੀ ਹੈ ਇਹਦੇ 'ਚ ਕਿ ਸ਼ੈਲਰ ਦੇ ਵਿੱਚ ਫਸਲ ਸੁਟਾ ਕੇ ਜਿਹੜੇ ਵਪਾਰੀ ਨੇ ਉਹਨਾਂ ਦੇ ਨਾਲ ਸੌਦੇਬਾਜ਼ੀ ਕਰਕੇ ਬਾਹਰੋਂ ਬਾਹਰ ਮਾਰਕੀਟਿੰਗ ਦੀ ਜਿਹੜੀ ਪ੍ਰਕਿਰਿਆ ਹੈ ਉਹ ਤੋਂ ਬਾਹਰੋਂ ਬਾਹਰ ਜਿਹੜੀ ਜਿਣਸ ਹੈ ਉਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਉਂ? ਉਹਦੇ ਨਾਲ ਇੱਕ ਤਾਂ RDF, ਰੂਰਲ ਡਿਵੈਲਪਮੈਂਟ ਫੰਡ, ਉਹ ਨਹੀਂ ਦੇਣਾ ਪੈਂਦਾ। ਦੂਸਰਾ ਹੈ ਮਾਰਕੀਟਿੰਗ ਸੈਸ ਨਹੀਂ ਦੇਣੀ ਪੈਂਦੀ। ਤੀਸਰਾ ਹੈ ਕਿਸਾਨ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਫਸਲਾ ਕੇ ਉਹਦੀ ਕਣਕ ਹੈ ਜਿਹੜੀ 1 ਕੁਆਂਟਲ ਪਿੱਛੇ 1 ਕਿਲੋ, ਅੱਧਾ ਕਿਲੋ, 1.5 ਕਿਲੋ, 2 ਕਿਲੋ ਘੱਟ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੀਤੀ ਗਈ ਹੈ। ਸਾਡੇ ਕੋਲ ਉਦਾਹਰਨਾਂ ਹੈਗੀਆਂ ਨੇ। ਪਰ ਇਹ ਨੈਕਸਸ ਹੈ ਜਿਹੜਾ, ਇਹ ਜਿਹੜਾ ਮਤਲਬ ਕਿ ਕਹਿ ਲਓ ਵੀ ਇਹ ਮਾਫੀਆ ਜਿਹੜਾ ਹੈ, ਇਹ ਮਾਫੀਆ ਬਹੁਤ ਦੇਰ ਤੋਂ ਚੱਲਦਾ ਹੁੰਦਾ। ਚੌਲਾਂ ਦੇ ਦਿਨਾਂ 'ਚ, ਪੈਡੀ ਦੇ ਦਿਨਾਂ 'ਚ ਬਹੁਤ ਤਕੜਾ ਹੋ ਜਾਂਦਾ, ਕਿਉਂਕਿ ਉਦੋਂ ਨਮੀ ਦੀ, ਉਦੋਂ ਜਿਣਸ ਹੁੰਦੀ ਵੀ ਜ਼ਿਆਦਾ ਹੈ। ਉਦੋਂ ਮੰਡੀਆਂ ਦੀ ਗਿਣਤੀ ਭਾਵੇਂ ਇੰਨੀ ਹੁੰਦੀ ਹੈ, ਪਰ ਉਦੋਂ ਇਹ ਸ਼ੈਲਰ ਵਾਲਿਆਂ ਨਾਲ ਸਿੱਧੀ ਗੱਲ, ਸ਼ੈਲਰ ਅਤੇ ਚੌਲਾਂ ਦਾ ਆਪਸ 'ਚ ਰਿਸ਼ਤਾ ਵੀ ਹੈਗਾ। ਸੋ ਇਹਦੇ 'ਤੇ ਸਾਡੀ ਮੰਗ ਹੈ ਕਿ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਅਤੇ ਇਹ ਮੰਡੀਆਂ ਵਾਲੀ ਜਿਹੜੀ ਗੱਲ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਸ਼ੈਲਰਾਂ ਨੂੰ ਬਣਾਉਣ ਦਾ। 10ਵੇਂ ਨੰਬਰ 'ਤੇ ਸਾਨੂੰ ਕੁਛ ਜਗ੍ਹਾ ਤੋਂ ਇਹ ਪਤਾ ਲੱਗਿਆ ਕਿ ਜੋ ਸੂਦਖੋਰ ਆੜ੍ਹਤੀਏ ਨੇ ਉਹ ਇਸ ਮਹਾਮਾਰੀ ਦੇ ਦੌਰ ਅੰਦਰ ਪਾਸ ਦੇਣ ਵਾਸਤੇ ਜਾਂ ਜਗ੍ਹਾ ਨਹੀਂ ਹੈ ਜਾਂ ਹੋਰ ਨਹੀਂ ਹੈ, ਇਸ ਕਰਕੇ ਜਿਹੜੇ ਛੋਟੇ ਕਿਸਾਨ ਨੇ ਵਿਚਾਰੇ ਉਹਨਾਂ ਤੋਂ, ਕਿਉਂਕਿ ਹੁਣ ਜਿਹੜੀ ਬੇਸ਼ੱਕ ਜਿਹੜੀ ਪੇਮੈਂਟ ਹੈ ਇਸ ਵਾਰ ਉਹ ਏਜੰਸੀਆਂ ਨੇ ਆੜ੍ਹਤੀਆਂ ਨੂੰ ਦੇਣੀ ਹੈ। ਆੜ੍ਹਤੀਆਂ ਨੂੰ ਇਹ ਹੁਕਮ ਹੈ ਕਿ ਉਹ ਸਿੱਧੀ ਤੁਸੀਂ RTGS ਰਾਹੀਂ ਕਿਸਾਨ ਦੇ ਬੈਂਕ ਦੇ ਖਾਤੇ ਵਿੱਚ ਪਾ ਦੇਣੀ ਹੈ। ਪਰ ਆੜ੍ਹਤੀਏ ਕੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਦੇ ਵਿੱਚ ਇੱਕ ਅਜਿਹਾ ਫਾਇਦਾ ਉਠਾ ਰਹੇ ਨੇ ਕਿ ਕਿਸਾਨ ਨੂੰ ਕਹਿਣਗੇ ਕਿ ਤੂੰ ਆਪਣੇ ਸਾਈਨ ਕੀਤੇ ਹੋਏ ਚੈੱਕ ਮੈਨੂੰ ਦੇ ਦੇ।
ਔਰ ਮੈਂ ਖੁਦ ਜਦੋਂ ਕਿਸਾਨੀ ਸ਼ੁਰੂ ਕੀਤੀ ਹੈ ਮੈਨੂੰ ਪਤਾ ਲੱਗ ਗਿਆ ਕਿ ਆੜ੍ਹਤੀ ਅਤੇ ਕਿਸਾਨ ਦਾ ਰਿਸ਼ਤਾ ਕਿਹੋ ਜਿਹਾ ਹੁੰਦਾ। ਕੋਈ ਕਹਿ ਸਕਦਾ ਕਿਸਾਨ ਜਵਾਬ ਦੇ ਦੇ, ਕਿਸਾਨ ਨੇ 6 ਮਹੀਨੇ ਬਾਅਦ ਆਪਣੀ ਜਿਣਸ ਵੇਚ ਕੇ ਆਮਦਨ ਉਹਦੇ ਕੋਲ ਆਉਣੀ ਹੈ, ਅਤੇ 6 ਮਹੀਨਿਆਂ ਦੇ ਵਿੱਚ ਉਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਬਹੁਤ ਸਾਰੇ ਸਹਾਨ ਪਹਿਲੇ ਝੱਲੇ ਹੁੰਦੇ ਨੇ, ਉਹ ਨਹੀਂ ਜਵਾਬ ਦੇ ਸਕਦਾ ਅਤੇ ਉਹ ਸਾਈਨ ਕਰਕੇ ਦੇ ਦਿੰਦਾ। ਆਪਾਂ ਨੇ ਦੇਖੇ ਕਿੰਨੇ ਕੇਸ ਆਪਣੀਆਂ ਯੂਨੀਅਨਾਂ ਕੋਲ ਆਉਂਦੇ ਨੇ, ਪਰ ਨੋਟਾਂ ਦੇ, ਖਾਲੀ ਚੈੱਕਾਂ ਦੇ, ਰਹਿਣਨਾਮਿਆਂ ਦੇ, ਇਕਰਾਰਨਾਮਿਆਂ ਦੇ, ਫਲਾਣਿਆਂ ਦੇ। ਸੋ ਸਾਡੀ ਮੰਗ ਇਹ ਹੈ ਕਿ ਮੰਗ ਨਹੀਂ, ਮਤਲਬ ਅਸੀਂ ਸੁਝਾਅ ਦਿੱਤਾ ਕਿ ਇਸ ਪ੍ਰਕਿਰਿਆ ਅਗਰ ਚੱਲ ਰਹੀ ਹੈ ਰੁਝਾਨ, ਇਸ ਰੁਝਾਨ ਨੂੰ ਸਰਕਾਰ ਆਪਣੇ ਬਿਆਨਾਂ ਰਾਹੀਂ, ਫੈਸਲਿਆਂ ਰਾਹੀਂ, ਜਾਂ ਜਿਵੇਂ ਵੀ, ਜਾਂ ਆੜ੍ਹਤੀਆਂ ਦੀ ਐਸੋਸੀਏਸ਼ਨ ਨਾਲ ਗੱਲ ਕਰਕੇ ਇਸ ਰੁਝਾਨ 'ਤੇ ਕੰਟਰੋਲ ਕਰੇ, ਇਹਨੂੰ ਰੋਕੇ। ਅਗਲੀ ਗੱਲ ਹੈਗੀ ਜਿਹੜੀ ਕਈ ਲੋਕਾਂ ਦੇ ਵਿੱਚ ਇਹਦੇ ਮਤਭੇਦ ਵੀ ਨੇ, ਬਟ ਅਸੀਂ ਹੁਣ ਸਮਝੇ ਤੌਰ 'ਤੇ ਇਹ 'ਤੇ ਕਰ ਲਿਆ ਫੈਸਲਾ ਕਿ ਇਹਨੂੰ ਲੈ ਕੇ ਜਾਈਏ ਕਿ ਜਿਹੜੇ ਕਿਸਾਨ ਕਣਕ ਰੱਖਣਾ ਚਾਹੁੰਦੇ ਨੇ, ਬਾਅਦ 'ਚ ਵੇਚਣਾ ਚਾਹੁੰਦੇ ਨੇ, ਉਹ ਰੱਖ ਲੈਣ, ਮੰਡੀ 'ਚ ਰਸ਼ ਨਾ ਹੋਵੇ, ਕਿਉਂਕਿ ਵੱਡੇ ਕਿਸਾਨਾਂ ਦੇ ਕੋਲ ਵੱਧ ਕਣਕ ਹੈ, ਉਹਨਾਂ ਕੋਲ ਸਾਧਨ ਵੀ ਜ਼ਿਆਦਾ ਨੇ, ਉਹ ਰੱਖ ਵੀ ਸਕਦੇ ਨੇ, ਅਤੇ ਉਹ ਮੰਡੀ ਦੇ ਵਿੱਚ ਉਹ ਵੀ ਰਸ਼ ਨਾ ਕਰਨ ਆ ਕੇ। ਅਤੇ ਅਜਿਹਾ ਨਾ ਕਰਕੇ ਅਗਰ ਉਹਨਾਂ ਨੂੰ ਸਰਕਾਰ ਬੋਨਸ ਦੇਣਾ ਚਾਹੁੰਦੀ ਹੈ, ਸਾਡੀ ਮੰਗ ਹੈ ਕਿ 100 ਤੋਂ 200 ਰੁਪਏ ਪ੍ਰਤੀ ਕੁਇੰਟਲ ਉਹਨਾਂ ਨੂੰ ਕਣਕ ਰੱਖਣ ਦਾ ਕਿਰਾਏ ਦੇ ਤੌਰ 'ਤੇ ਬੋਨਸ ਦੇ ਦਿੱਤਾ ਜਾਵੇ, ਅਤੇ ਉਹ ਕਣਕ ਨੂੰ ਬਾਅਦ 'ਚ ਜਦੋਂ ਆਮ ਕਿਸਾਨਾਂ ਦੀ ਕਣਕ ਖਤਮ ਹੋ ਜੂਗੀ ਉਸ ਤੋਂ ਬਾਅਦ ਉਹ ਆਪਣਾ ਅਨਲੋਡ ਕਰਨਾ। ਕਿ ਇਸੇ ਤਰ੍ਹਾਂ ਅਗਲਾ ਹੈ ਕਿ ਕੁਛ ਮੰਡੀਆਂ ਦੇ ਵਿੱਚੋਂ ਇਹ ਆਈ ਗੱਲ, ਹਾਂ, ਇੱਕ ਅੱਜ ਇਹ ਪਤਾ ਚੱਲਿਆ ਕਿ ਫਤਿਹਗੜ੍ਹ ਸਾਹਿਬ ਮੰਡੀਆਂ ਦੇ ਅੰਦਰ ਸ਼ਾਇਦ FCI ਨੇ ਕਣਕ ਨੂੰ ਖਰੀਦਣ ਤੋਂ ਜਵਾਬ ਦਿੱਤਾ। ਕਾਰਨ ਨਮੀ ਦਾ ਵੀ ਹੋ ਸਕਦਾ, ਕਾਰਨ ਮਾਜੂ ਦਾਣਾ, ਛੋਟਾ ਦਾਣਾ, ਕੁਆਲਿਟੀ ਦਾ ਵੀ ਹੋ ਸਕਦਾ। ਜਾਣੀ ਇਹਦੇ ਵਿੱਚ ਸਾਡੀ ਮੰਗ ਹੈ ਕਿ ਸਰਕਾਰ ਫੌਰੀ ਦਖਲ ਦੇਵੇ। ਕਿਸਾਨ ਨੇ ਬਹੁਤ ਪੁੱਤਾਂ ਵਾਂਗ ਬੀਜੀ ਸੀ, ਪਾਲੀ ਸੀ, ਵੱਢ ਰਿਹਾ। ਜੇ ਮੌਸਮ ਦੀ ਖਰਾਬੀ ਕਰਕੇ ਉਹਦੀ ਕਣਕ ਦੇ ਵਿੱਚ ਕੋਈ ਇਸ ਕਿਸਮ ਦੀ ਕੁਆਲਿਟੀ 'ਚ ਫਰਕ ਪੈ ਗਿਆ, ਉਹਦੇ ਕਸੂਰ ਨਹੀਂ ਹੈ ਕੋਈ। ਸੋ ਉਹਦੀ ਕਣਕ ਦਾਣਾ ਦਾਣਾ ਵਿਕਣਾ ਚਾਹੀਦਾ, ਉਸੇ ਰੇਟ ਵਿਕਣਾ ਚਾਹੀਦਾ। FCI ਵਰਗੇ ਜਿਹੜੀ ਏਜੰਸੀ ਆ ਉਹਨੂੰ ਇਸ ਕਿਸਮ ਦਾ ਧੱਕਾ ਨਹੀਂ ਕਰਨਾ ਚਾਹੀਦਾ। ਅਖੀਰ ਦੇ ਵਿੱਚ ਅਸੀਂ ਜਿਹੜੀ ਮੰਗ ਰੱਖੀ ਉਹ ਹੈ ਕਿ ਕੁਛ ਮੰਡੀਆਂ ਦੇ ਅੰਦਰ ਆੜ੍ਹਤੀਆਂ ਦੇ 1-2 ਦੁਕਾਨਾਂ 'ਤੇ ਪੂਰਾ ਮਾਲ ਆਇਆ ਹੋਇਆ, 4 ਦੁਕਾਨਾਂ 'ਤੇ ਨਹੀਂ ਹੈ, ਤਾਂ ਕੋਈ ਇਸ ਕਿਸਮ ਦਾ ਅਰੇਂਜਮੈਂਟ ਕੀਤਾ ਜਾਵੇ ਕਿ ਉਸ ਆੜ੍ਹਤੀਏ ਦੀ, ਮਤਲਬ ਕਿ ਉਹ ਫੜਨ ਨੂੰ, ਉਸ ਆੜ੍ਹਤੀਏ ਦੀ ਦੁਕਾਨ ਨੂੰ, ਉਸ ਏਜੰਸੀ ਨੂੰ ਵੀ ਕੰਮ ਨੂੰ ਰੈਲਾ ਕਰਨ ਲਈ ਵਰਤਿਆ ਜਾਵੇ। ਸੋ ਇਹ ਫਿਰ ਅਖੀਰ ਦੇ ਵਿੱਚ ਮੈਂ ਭਰਾਵੋ ਆਪਣੀ ਜਥੇਬੰਦੀ, ਇਹ ਜੋ ਅਸੀਂ ਮੰਗ ਪੱਤਰ ਭੇਜਿਆ, ਇਹ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ, ਜਿਹਦੇ ਵਿੱਚ ਮੈਂ ਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸਤਨਾਮ ਸਿੰਘ ਅਜਨਾਲਾ ਜੀ ਨੇ, ਪ੍ਰਧਾਨ ਜਮਹੂਰੀ ਕਿਸਾਨ ਸਭਾ ਦਾ ਜੋ ਦਸਖਤ ਹੋਏ ਨੇ ਜਿਨ੍ਹਾਂ ਦੇ, ਜਗਮੋਹਨ ਸਿੰਘ ਜੀ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭੁਪਿੰਦਰ ਸਿੰਘ ਸਾਂਭਰ ਜੀ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਮੇਜਰ ਸਿੰਘ ਪੁੰਨਾਲ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਨਿਰਭੈ ਸਿੰਘ ਢੁੱਡੀਕੇ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਇੰਦਰਜੀਤ ਸਿੰਘ ਜੀ ਕੋਟ ਬੁੱਢਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਹਰਜਿੰਦਰ ਸਿੰਘ ਟਾਂਡਾ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਗੁਰਬਖਸ਼ ਸਿੰਘ ਜੀ ਬਰਨਾਲਾ ਪ੍ਰਧਾਨ ਜੈ ਕਿਸਾਨ ਅੰਦੋਲਨ ਪੰਜਾਬ। ਇਹ 10 ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅੱਜ ਸ਼ਾਮ ਨੂੰ ਮੁੱਖ ਮੰਤਰੀ ਨੂੰ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨੂੰ, ਸਪੈਸ਼ਲ ਸੈਕਟਰੀ ਨੂੰ, ਚੀਫ ਪ੍ਰਿੰਸੀਪਲ ਸੈਕਟਰੀ, ਜੋ ਵੀ ਜਿੰਨੇ ਵੀ ਉਹਨਾਂ ਦੇ ਮੇਨ ਬੰਦੇ ਹੈਗੇ ਨੇ ਉਹਨਾਂ ਨੂੰ, ਐਗਰੀਕਲਚਰ ਸੈਕਟਰੀ ਨੂੰ, ਅਤੇ ਕਮਿਸ਼ਨਰ ਆਪਣੇ ਜਿਹੜੇ ਨੇ ਐਗਰੀਕਲਚਰ ਦੇ ਜਾਖੜ ਜੀ ਉਹਨਾਂ ਨੂੰ ਈਮੇਲ ਰਾਹੀਂ ਭੇਜ ਦਿੱਤਾ। ਅਤੇ ਇਹਦੀ ਕੱਲ੍ਹ ਨੂੰ ਇਹਨੂੰ ਪ੍ਰੈਸ ਨੂੰ ਜਾਰੀ ਕਰਨ ਤੋਂ ਬਾਅਦ ਇਹ ਤੁਹਾਡੇ ਸਾਰਿਆਂ ਦੇ WhatsApp ਦੇ ਉੱਤੇ ਇਹ ਜਿਹੜਾ ਪਾ ਦਾਂਗੇ, ਇਹ ਜਿਹੜਾ ਮੈਮੋਰੈਂਡਮ ਆਪਾਂ ਨੇ ਭੇਜਿਆ, ਕਿਉਂਕਿ ਕਈ ਵਾਰੀ ਪ੍ਰੈਸ ਵਾਲੇ ਨਾਰਾਜ਼ ਹੋ ਜਾਂਦੇ ਨੇ ਵੀ ਤੁਸੀਂ ਤਾਂ ਸਾਰੇ ਪੰਜਾਬ ਦੇ ਵਿੱਚ ਇਹ ਭੇਜਤੀਆਂ ਅਤੇ ਹੁਣ ਸਾਨੂੰ ਕੀ ਦੇਣ ਦਾ ਕੀ ਫਾਇਦਾ। ਇਸ ਕਰਕੇ ਇਹਨੂੰ ਆਪਾਂ ਲਿਖਤੀ ਰੂਪ ਦੇ ਵਿੱਚ ਵਾਇਰਲ ਕਰਾਂਗੇ, ਉਸ ਤੋਂ ਬਾਅਦ ਹੀ ਡਿਸੈਮੀਨੇਟ ਕਰਾਂਗੇ, ਉਸ ਤੋਂ ਬਾਅਦ ਹੀ। ਇਹ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੀਆਂ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ ਇਹ ਜੋ ਮੰਗ ਪੱਤਰ ਭੇਜਿਆ ਗਿਆ, ਵੈਸੇ ਤਾਂ ਈਮੇਲ ਰਾਹੀਂ ਭੇਜਿਆ, ਪਰ ਨਾਲ ਇੱਕ ਆਪਸ਼ਨ ਇਹ ਹੈ ਕਿ ਤੁਸੀਂ ਵੀ, ਯਾਨੀ ਇਹਨਾਂ 10 ਜਥੇਬੰਦੀਆਂ ਦੇ ਕਿਸਾਨ ਵੀਰਾਂ ਨੂੰ ਅਪੀਲ ਹੈ, ਜਿਹੜੀ ਵੀ ਜ਼ਿਲ੍ਹੇ ਜਾਂ SDM ਤਹਿਸੀਲ ਦੇ ਵਿੱਚ ਤੁਸੀਂ 2 ਜਾਣੇ, 4 ਜਾਣੇ, 5 ਜਾਣੇ, 6 ਜਾਣੇ ਇਕੱਠੇ ਹੋ ਕੇ ਦੂਰ ਦੂਰ ਰਹਿ ਕੇ ਉਹ ਜਿਹੜੇ ਸਰੀਰਕ ਡਿਸਟੈਂਸ ਰੱਖ ਕੇ ਤੁਸੀਂ ਜੇ ਜਾ ਕੇ ਉਹਨਾਂ ਨੂੰ ਦੇ ਸਕਦੇ ਹੋ, DC ਨੂੰ, SDM ਨੂੰ,
ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਆਉਣ ਵਾਲੇ 4-5 ਦਿਨਾਂ ਦੇ ਅੰਦਰ ਹਰ ਜਗ੍ਹਾ ਤੋਂ ਦੇ ਕੇ ਇਹ ਮੰਗ ਪੱਤਰ ਪ੍ਰੈਸ ਦੇ ਪੱਤਰਕਾਰਾਂ ਨੂੰ ਦੇਵੋ। ਇਹ ਮੰਗ ਪੱਤਰ ਆਪਣੇ ਕਿਸਾਨ ਜਥੇਬੰਦੀਆਂ ਦੇ ਆਗੂ ਕਾਰਕੁਨ ਸਾਰਿਆਂ ਨੂੰ ਦੇਵੋ, ਉਹਨਾਂ ਨੂੰ ਪੜ੍ਹਾਓ। ਤੇ ਇਸ ਹਾਲਤ ਦੇ ਅੰਦਰ ਜੋ ਹੋਰ ਕੋਈ ਮੁੱਦਾ ਬਣਦਾ ਹੈ, ਕਿਉਂਕਿ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਮੀਡੀਆ, ਅੱਜ ਟੈਲੀਫੋਨ, ਅੱਜ ਇੰਟਰਨੈਟ, ਅੱਜ ਸੋਸ਼ਲ ਮੀਡੀਆ ਐਡਾ ਹੈ ਕਿ ਆਪਾਂ ਫੌਰੀ ਕੁਝ ਚੀਜ਼ਾਂ ਨੂੰ ਤਾਲਮੇਲ ਕਰਕੇ ਇੱਕ ਦੂਸਰੇ ਨੂੰ ਦੱਸ ਸਕਦੇ ਹਾਂ। ਜਿਵੇਂ ਕੱਲ੍ਹ ਜਦੋਂ ਮੈਂ ਇਹ ਤੁਹਾਡੇ ਨਾਲ ਮੰਗ ਪੱਤਰ ਪਾਊਂਗਾ, ਉਦੋਂ ਪੰਜਾਬ ਦੀਆਂ ਉਹ ਸਾਰੀਆਂ ਫੋਟੋਆਂ ਅਤੇ ਵੀਡੀਓ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਜਗਮੋਹਨ ਸਿੰਘ ਨੇ ਅਤੇ ਮੈਂ ਪੰਜਾਬ ਦੇ ਵਿੱਚੋਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀਆਂ, ਜੋ ਮੀਂਹ ਨੇ ਨੁਕਸਾਨ ਕੀਤਾ ਹੈ। ਉਹ ਵੀਡੀਓ ਆਪਾਂ ਸਾਂਝੀਆਂ ਕਰਾਂਗੇ। ਔਰ ਇਹ ਜਦੋਂ ਮੀਂਹ ਪੈਂਦਾ ਗਿਆ, ਜਿਵੇਂ ਜਿਹੜੇ ਪਿੰਡ ਜਿਹੜੀ ਮੰਡੀ 'ਚ ਪੈਂਦਾ ਗਿਆ, ਉਦੋਂ ਹੀ ਲੋਕਾਂ ਨੇ ਭੇਜਣੀਆਂ ਸ਼ੁਰੂ ਕਰਤੀਆਂ ਸੀ। ਸੋ ਅਖੀਰ ਦੇ ਵਿੱਚ ਮੈਂ ਫਿਰ ਆਪਣੀ ਕਰੋਨਾ ਮਹਾਂਮਾਰੀ ਦੇ ਪ੍ਰਸੰਗ ਦੇ ਵਿੱਚ ਤੁਹਾਨੂੰ ਇਹ ਅਪੀਲ ਕਰਦਾ ਹੋਇਆ ਕਿ ਧਿਆਨ ਰੱਖੋ ਆਪਣਾ, ਪਰਿਵਾਰ ਦਾ, ਆਪਣੇ ਗੁਆਂਢੀਆਂ ਦਾ ਜ਼ਰੂਰ ਹੀ, ਕਿਉਂਕਿ ਗਿਣਤੀ ਮਰੀਜ਼ਾਂ ਦੀ ਵੱਧਦੀ ਜਾ ਰਹੀ ਹੈ। ਅਗਰ ਤੁਸੀਂ ਦੇਖੋਗੇ ਕਿ ਦੁਨੀਆ ਦੇ ਕੋਈ ਵੀ ਦੇਸ਼ ਇਸ ਤੋਂ ਅਣਭਿੱਜ ਨਹੀਂ ਰਿਹਾ, ਕਿਤੇ ਘੱਟ ਕਿਤੇ ਵੱਧ। ਔਰ ਇਹ ਕਈ ਵਾਰੀ ਇਹ ਹੁੰਦਾ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ, ਜਿਹੜਾ ਸਪੈਨਿਸ਼ ਫਲੂ ਸੀ ਪਹਿਲੀ ਜੰਗ ਵੇਲੇ ਚੱਲਿਆ, ਉਹ 1918, 19 ਤੇ 20 3 ਸਾਲ ਸਪੈਨਿਸ਼ ਫਲੂ ਚੱਲਿਆ ਸੀ, ਜਿਹਦੇ 'ਚ ਕਿੰਨੇ ਲੋਕ ਮਰੇ ਸੀ ਉਹਦੇ ਕੋਈ ਗਿਣਤੀ ਨਹੀਂ ਸੀ। ਸੋ ਇਹ ਹੋ ਸਕਦਾ ਕੱਲ੍ਹ ਨੂੰ ਇਹਦੀ ਵੈਕਸੀਨ ਨਿਕਲ ਜੇ, ਹੋ ਸਕਦਾ ਕੋਈ ਦਵਾਈਆਂ ਨਿਕਲ ਜਾਣ, ਪਰ ਅਜੇ ਇਹਦੀ ਕੋਈ ਆਸ ਨਾ ਕਰਿਓ। ਮੈਂ ਫਿਰ ਹੱਥ ਬੰਨ੍ਹ ਕੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਸਾਧਨ ਆਪਾਂ ਆਪਸ ਮਿਲਣ ਦੇ, ਗੱਲਾਂ ਕਰਨ ਦੇ, ਵਿਚਾਰ ਸਾਂਝੇ ਕਰਨ ਦੇ, ਸੰਘਰਸ਼ ਕਰਨ ਦੇ, ਜਥੇਬੰਦੀ ਨੂੰ ਤਕੜੇ ਕਰਨ ਦੇ ਲੱਭ ਲਈਏ, ਜਿਵੇਂ ਆਪਾਂ ਅੱਜ ਕਰ ਰਹੇ ਹਾਂ। ਇੰਨਾ ਕਹਿੰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।